ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਤੇ ਮੋਦੀ ਦੀ ਫੋਨ ਦੇ ਉੱਪਰ ਗੱਲਬਾਤ ਕੀਤੀ, ਕਰੋਨਾ ਬਾਰੇ ਚਰਚਾ। ਬ੍ਰਿਟਿਸ਼ ਕੋਲੰਬੀਆ ਵੱਲੋਂ ਮੌਸਮ ਬਾਰੇ ਅਲਰਟ ਜਾਰੀ, 2 ਅਲਰਟ ਕੀਤੇ ਗਏ ਜਾਰੀ। ਕੈਨੇਡਾ ਦੇ ਵਿੱਚ ਪੀਆਰ ਦੇ ਲਈ ਅਪਲਾਈ ਕਰਨ ਦਾ ਮੌਕਾ, 30 ਅਪ੍ਰੈਲ ਤੱਕ ਪ੍ਰੋਵਿੰਸ਼ੀਅਲ ਨਾਮਜ਼ਦਗੀ ਲਈ ਕੀਤਾ ਜਾ ਸਕਦਾ ਹੈ ਅਪਲਾਈ। ਟਰੂਡੋ ਦਾ ਜਨਤਕ ਆਵਾਜਾਈ ਬਾਰੇ ਐਲਾਨ, $14.9 ਬਿਲੀਅਨ ਦਾ ਐਲਾਨ। ਬ੍ਰਿਟਿਸ਼ ਕੋਲੰਬੀਆ ਨੇ ਐਲਾਨਿਆ ਡਰਾਅ, 74 ਉਮੀਦਵਾਰਾਂ ਨੂੰ ਦਿੱਤਾ ਗਿਆ ਸੱਦਾ। ਓਨਟਾਰੀਓ ਤੋਂ ਕੋਰੋਨਾ ਬਾਰੇ ਰਾਹਤ ਦੀ ਖਬਰ, ਜਾਣੋ ਕੀ ਹੈ ਕੈਨੇਡਾ ਦੀ ਕੋਰੋਨਾ ਵਾਇਰਸ ਦੀ ਅਪਡੇਟ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਦੀ ਫੋਨ ਦੇ ਉੱਪਰ ਗੱਲਬਾਤ ਹੋਈ ਹੈ। ਕਈ ਮੁੱਦਿਆਂ ਦੇ ਉੱਪਰ ਦੋਹਾਂ ਵੱਲੋਂ ਚਰਚਾ ਕੀਤੀ ਗਈ ਹੈ। ਖਾਸ ਜ਼ਿਕਰ ਕੀਤਾ ਗਿਆ ਹੈ ਕੋਰੋਨਾ ਵੈਕਸੀਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਦੇ ਉੱਪਰ ਟਵੀਟ ਕਰ ਜਾਣਕਾਰੀ ਦਿੱਤੀ ਕਿ ਕੈਨੇਡਾ ਦੀ ਜੋ ਸ਼ਿਪਮੈਂਟ ਹੈ ਉਸ ਨੂੰ ਸੋਲਵ ਕਰੇਗਾ ਭਾਰਤ, ਪਰ ਭਾਰਤ ਵੱਲੋਂ ਕੈਨੇਡਾ ਨੂੰ ਟੀਕੇ ਦੇ ਡੋਜ਼ ਭੇਜੇ ਜਾਣਗੇ ਜਾਂ ਫਿਰ ਨਹੀਂ, ਇਸ ਦੀ ਜਾਣਕਾਰੀ ਅਜੇ ਸਪਸ਼ਟ ਨਹੀਂ ਕੀਤੀ ਗਈ। ਦੱਸ ਦਈਏ ਕਿ ਕੈਨੇਡਾ ਦਾ ਉਹਨਾਂ 25 ਦੇਸ਼ਾਂ ਦੇ ਵਿੱਚ ਨਾਮ ਵੀ ਸ਼ਾਮਿਲ ਨਹੀਂ ਹੈ ਜਿਨ੍ਹਾਂ ਨੂੰ ਇਸ ਮਹੀਨੇ ਭਾਰਤ ਵੱਲੋਂ ਕੋਵਿਡ-19 ਵੈਕਸੀਨ ਭੇਜੀ ਜਾਵੇਗੀ। ਪਰ ਇਹਨਾਂ ਦੋਹਾਂ ਨੇਤਾਵਾਂ ਦੇ ਵਿਚਕਾਰ ਫੋਨ ਦੇ ਉੱਪਰ ਗੱਲਬਾਤ ਹੋਈ ਹੈ। ਇਸ ਦਾ ਜ਼ਿਕਰ ਟਵਿੱਟਰ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਕੈਨੇਡਾ ਨੂੰ ਵੈਕਸੀਨ ਦੇ ਬਾਰੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਗੱਲ ਕਹੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਕਿ ਭਾਰਤ ਹਰ ਕੋਸ਼ਿਸ਼ ਕਰੇਗਾ ਕੈਨੇਡਾ ਨੂੰ ਵੈਕਸੀਨ ਦੇਣ ਦੇ ਲਈ, ਪਰ ਇਸ ਬਾਰੇ ਅਜੇ ਉਹਨਾਂ ਸਪਸ਼ਟ ਨਹੀਂ ਕੀਤਾ ਕਿ ਭਾਰਤ ਕੈਨੇਡਾ ਨੂੰ ਕੋਰੋਨਾ ਡੋਜ਼ਸ ਭੇਜੇਗਾ ਜਾਂ ਫਿਰ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਦੀ ਫੋਨ ਦੇ ਉੱਪਰ ਗੱਲਬਾਤ ਹੋਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕੋਰੋਨਾ ਵੈਕਸੀਨ ਦੀ ਸਪਲਾਈ ਬਾਰੇ ਗੱਲ ਕੀਤੀ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਦੇ ਉੱਪਰ ਸਾਂਝੀ ਕੀਤੀ, ਜਿਸ ਵਿੱਚ ਉਹਨਾਂ ਲਿਖਿਆ ਕਿ ਭਾਰਤ ਕੈਨੇਡਾ ਦੀ ਕੋਰੋਨਾ ਟੀਕੇ ਦੀ ਸਪਲਾਈ ਨੂੰ ਸੌਰਟ ਕਰਨ ਦੇ ਲਈ ਹਰ ਕੋਸ਼ਿਸ਼ ਕਰੇਗਾ। ਉਹਨਾਂ ਇਹ ਵੀ ਲਿਖਿਆ ਕਿ ਭਾਰਤ ਅਤੇ ਕੈਨੇਡਾ ਕਲਾਈਮੇਟ ਚੇਂਜ ਅਤੇ ਗਲੋਬਲ ਇਕਨੋਮਿਕ ਰਿਕਵਰੀ ਦੇ ਲਈ ਇਕੱਠੇ ਕੰਮ ਕਰੇਗਾ। ਦੱਸ ਦਈਏ ਕਿ ਕੈਨੇਡਾ ਦਾ ਉਹਨਾਂ 25 ਦੇਸ਼ਾਂ ਦੇ ਵਿੱਚ ਨਾਮ ਨਹੀਂ ਹੈ ਜਿਨ੍ਹਾਂ ਨੂੰ ਭਾਰਤ ਵੈਕਸੀਨ ਇਸ ਮਹੀਨੇ ਭੇਜੇਗਾ, ਜਾਣੀ ਕਿ ਇਸ ਮਹੀਨੇ ਭਾਰਤ ਵੱਲੋਂ ਕਲੀਅਰ ਕੀਤੀ ਜਾਵੇਗੀ। ਫੈਡਰਲ ਆਫੀਸ਼ੀਅਲਸ ਨੇ ਵੀ ਸੰਕੇਤ ਦਿੱਤਾ ਸੀ ਕਿ ਅਪ੍ਰੈਲ ਤੱਕ ਕੈਨੇਡਾ ਨੂੰ ਕੋਰੋਨਾ ਟੀਕੇ ਦੀ ਸ਼ਿਪਮੈਂਟ ਆਉਣ ਦੀ ਉਮੀਦ ਨਹੀਂ ਹੈ। ਭਾਰਤ ਦੇ ਸੀਰਮ ਇੰਸਟੀਚਿਊਟ ਵੱਲੋਂ ਐਸਟ੍ਰਾਜੈਨੇਕਾ ਦੇ ਨਾਲ ਮਿਲ ਕੇ ਕੋਰੋਨਾ ਵੈਕਸੀਨ ਤਿਆਰ ਕੀਤੀ ਗਈ ਹੈ। ਹੈਲਥ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਰਿਵਿਊ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਗ੍ਰੀਨ ਲਾਈਟ ਜਾਣੀ ਕਿ ਗ੍ਰੀਨ ਸਿਗਨਲ ਮਿਲ ਸਕਦਾ ਹੈ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਭਾਰਤ ਅਤੇ ਕੈਨੇਡਾ ਇਕੱਠੇ ਕੋਰੋਨਾ ਖਿਲਾਫ ਪਾਰਟਨਰ ਹਨ, ਪਰ ਉਹਨਾਂ ਵੱਲੋਂ ਕੋਈ ਵੀ ਪਲਾਨ ਨਹੀਂ ਸੀ ਦੱਸਿਆ ਗਿਆ। ਇਨਵਾਇਰਨਮੈਂਟ ਕੈਨੇਡਾ ਵੱਲੋਂ ਬ੍ਰਿਟਿਸ਼ ਕੋਲੰਬੀਆ ਵਾਸਤੇ ਅਲਰਟ ਜਾਰੀ ਕੀਤਾ ਗਿਆ ਹੈ। 2 ਅਲਰਟ ਮੌਸਮ ਦੇ ਨਾਲ ਸੰਬੰਧਿਤ ਜਾਰੀ ਕੀਤੇ ਗਏ ਹਨ, ਜਿੱਥੇ ਉਹਨਾਂ ਕਿਹਾ ਹੈ ਕਿ ਅੱਜ ਰਾਤ ਤੋਂ ਮੌਸਮ ਕਾਫੀ ਜ਼ਿਆਦਾ ਠੰਡਾ ਹੋਵੇਗਾ। ਲੋਕ ਆਪਣਾ ਖਾਸ ਤੌਰ ਦੇ ਉੱਪਰ ਧਿਆਨ ਦੇਣ, ਜੋ ਕਿ ਬਾਹਰ ਜਾਨਵਰ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ। ਬਜ਼ੁਰਗ ਤੇ ਬੱਚੇ ਆਪਣੇ ਘਰਾਂ ਦੇ ਅੰਦਰ ਰਹਿਣ। ਆਪਣੀ ਸਕਿਨ ਨੂੰ ਟੋਪੀ ਨਾਲ, ਗਲਵਜ਼ ਨਾਲ, ਸਕਾਰਫ ਨਾਲ ਢੱਕ ਕੇ ਰੱਖਿਆ ਜਾਵੇ ਕਿਉਂਕਿ ਬਹੁਤ ਜ਼ਿਆਦਾ ਟੈਂਪਰੇਚਰ ਠੰਡਾ ਹੋਣ ਵਾਲਾ ਹੈ। ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੱਕ ਦਾ ਇਸ ਸਮੇਂ ਸਭ ਤੋਂ ਠੰਡਾ ਮੌਸਮ ਹੈ। ਫੈਡਰਲ ਵੈਦਰ ਏਜੰਸੀ ਵੱਲੋਂ 2 ਅਲਰਟ ਜਾਰੀ ਕੀਤੇ ਗਏ। ਇਹ ਅਲਰਟ ਮੈਟਰੋ ਵੈਂਕੂਵਰ ਦੇ ਲਈ ਜਾਰੀ ਕੀਤੇ ਗਏ ਨੇ, ਜਿੱਥੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਭ ਤੋਂ ਠੰਡੇ ਮੌਸਮ ਦੇ ਲਈ ਤਿਆਰ ਰਹਿਣ, ਜੋ ਕਿ ਅੱਜ ਰਾਤ ਤੋਂ ਸ਼ੁਰੂ ਹੋਵੇਗਾ। ਆਰਕਟਿਕ ਆਊਟਫਲੋ ਵਾਰਨਿੰਗ ਦੇ ਵਿੱਚ ਕਿਹਾ ਗਿਆ ਹੈ ਕਿ ਟੈਂਪਰੇਚਰ ਰਾਤ ਨੂੰ 8 ਡਿਗਰੀ ਸੈਲਸੀਅਸ ਹੋਵੇਗਾ। ਇਸ ਦੇ ਨਾਲ ਹੀ ਵਿੰਡ ਚਿਲ ਫੈਕਟਰ 15 ਡਿਗਰੀ ਸੈਲਸੀਅਸ ਤੋਂ 25 ਡਿਗਰੀ ਸੈਲਸੀਅਸ ਤੱਕ ਰੇਂਜ ਕਰੇਗਾ। ਐਕਸਪਰਟਸ ਨੇ ਕਿਹਾ ਹੈ ਕਿ ਐਕਸਪੋਜ਼ਡ ਸਕਿਨ ਮਿੰਟ ਦੇ ਵਿੱਚ ਹੀ ਫ੍ਰੀਜ਼ ਹੋ ਸਕਦੀ ਹੈ ਕਿਉਂਕਿ ਕਾਫੀ ਜ਼ਿਆਦਾ ਠੰਡ ਹੋਵੇਗੀ। ਰੈਸੀਡੈਂਟਸ ਨੂੰ ਕਿਹਾ ਗਿਆ ਹੈ ਕਿ ਸਕਿਨ ਨੂੰ ਟੋਪੀ, ਸਕਾਰਫ, ਗਲਵ ਦੇ ਨਾਲ ਢੱਕਿਆ ਜਾਵੇ। ਨਾਲ ਹੀ ਜਾਨਵਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੈਟ ਜੋ ਕਿ ਆਊਟਡੋਰ ਹਨ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ। ਜੋ ਬੱਚੇ ਸੀਨੀਅਰਸ ਹਨ ਉਹਨਾਂ ਨੂੰ ਬਾਹਰ ਨਾ ਰੱਖਣ ਦੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਹੈ ਕਿ ਉਹ ਜ਼ਿਆਦਾ ਦੇਰ ਬਾਹਰ ਨਾ ਰਹਿਣ। ਪ੍ਰਿੰਸ ਜਾਰਜ ਦੇ ਵਿੱਚ ਵਿੰਡ ਚਿਲ ਵੈਲਿਊ 40 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਹੋਵੇਗੀ। ਦੱਸ ਦਈਏ ਕਿ ਸ਼ਹਿਰ ਦੇ ਵੱਲੋਂ ਫਰਵਰੀ 8 ਤੋਂ 12 ਦੇ ਲਈ ਵਾਰਮਿੰਗ ਸੈਂਟਰਸ ਨੂੰ ਖੋਲ੍ਹ ਦਿੱਤਾ ਗਿਆ, ਜੋ ਕਿ -5 ਡਿਗਰੀ ਸੈਲਸੀਅਸ ਜਾਣੀ ਕਿ -5 ਡਿਗਰੀ ਸੈਲਸੀਅਸ ਅਤੇ ਘੱਟ ਤੇ ਐਕਟਿਵ ਹੋ ਜਾਂਦੇ ਹਨ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਹੈ। ਇਸ ਡਰਾਅ ਦੇ ਤਹਿਤ 74 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਤੱਕ 6 ਡਰਾਅ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਵੱਖ-ਵੱਖ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ।
ਨਿਊ ਬਰਨਸਵਿਕ ਲੇਬਰਰਸ ਤੋਂ ਅਸਥਾਈ ਜਾਨੀ ਕਿ ਟੈਂਪਰੇਰੀ PNP ਐਪਲੀਕੇਸ਼ਨਸ ਮਨਜ਼ੂਰ ਕਰ ਰਿਹਾ ਹੈ। ਜਿਹੜੇ ਕੈਨੇਡੀਅਨ PR ਬਣਨਾ ਚਾਹੁੰਦੇ ਹਨ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰ ਸਕਦੇ ਹਨ। ਉਹ ਪੋਸਟ ਗ੍ਰੈਜੂਏਟ ਵਰਕਰ ਪਰਮਿਟ ਹੋਲਡਰਸ ਦੇ ਲਈ ਨਿਊ ਬਰਨਸਵਿਕ ਸਕਿਲਡ ਵਰਕਰ ਸਟਰੀਮ ਖੋਲ੍ਹਿਆ ਗਿਆ ਹੈ ਜੋ NOC ਸਕਿੱਲ ਲੈਵਲ D ਦੇ ਅਧੀਨ ਨੌਕਰੀ ਕਰਦੇ ਹਨ। ਇਹ ਕੈਟੇਗਰੀ ਦੇ ਵਿੱਚ ਔਨ ਦਾ ਜੌਬ ਟ੍ਰੇਨਿੰਗ, ਫਰੂਟ ਪਿਕਰਸ, ਕਲੀਨਿੰਗ ਸਟਾਲ ਅਤੇ ਆਇਲ ਫੀਲਡ ਵਰਕਰ ਸ਼ਾਮਿਲ ਹੈ। ਜੋ ਇਸ ਤਰ੍ਹਾਂ ਦੀ ਨੌਕਰੀ ਕਰਦੇ ਹਨ ਉਹ ਅਪ੍ਰੈਲ 30, 2021 ਤੱਕ PNP ਦੇ ਲਈ ਅਪਲਾਈ ਕਰ ਸਕਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਲਈ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਤੇ ਕੌਣ ਕਰ ਸਕਦੇ ਨੇ ਅਪਲਾਈ। ਜੋ NB ਸਕਿਲਡ ਵਰਕਰਸ ਸਟਰੀਮ ਦਾ ਕ੍ਰਾਈਟੇਰੀਆ ਪੂਰਾ ਕਰਨਗੇ ਉਹ ਅਪਲਾਈ ਕਰ ਸਕਦੇ ਨੇ। ਤੁਸੀਂ ਨਿਊ ਬਰਨਸਵਿਕ ਡਿਜ਼ਾਈਨਡ ਪੋਸਟ ਸੈਕੰਡਰੀ ਇੰਸਟੀਚਿਊਟ ਤੋਂ ਗ੍ਰੈਜੂਏਟ ਹੋਣੇ ਚਾਹੀਦੇ ਹੋ। ਤੁਹਾਡੇ ਕੋਲ PGWP ਹੋਣਾ ਚਾਹੀਦਾ ਹੈ। ਹੁਣ ਦੱਸਦੇ ਹਾਂ ਕਿ NB ਸਕਿਲਡ ਵਰਕਰ ਸਟਰੀਮ ਦੇ ਲਈ ਕੀ ਕ੍ਰਾਈਟੇਰੀਆ ਹੈ। ਤੁਹਾਡੇ ਕੋਲ ਪ੍ਰੋਵਿੰਸ ਦੇ ਵਿੱਚ ਫੁੱਲ ਟਾਈਮ ਜੌਬ ਆਫਰ ਹੋਣੀ ਚਾਹੀਦੀ ਹੈ। ਤੁਸੀਂ ਨਿਊ ਬਰਨਸਵਿਕ ਦੇ ਵਿੱਚ ਹੋਣੇ ਚਾਹੀਦੇ ਹੋ। ਤੁਹਾਡੇ ਕੋਲ ਫੁੱਲ ਟਾਈਮ ਪਰਮਾਨੈਂਟ ਈਅਰ ਰਾਊਂਡ ਜੌਬ ਆਫਰ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਐਲੀਜੀਬਲ ਹੋ ਤਾਂ ਤੁਹਾਡੀ ਉਮਰ, ਲੈਂਗੁਏਜ, ਐਜੂਕੇਸ਼ਨ ਅਤੇ ਵਰਕ ਐਕਸਪੀਰੀਅੰਸ ਤੇ ਕੁਝ ਹੋਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੋਰ ਦਿੱਤੇ ਜਾਣਗੇ। ਤੁਹਾਡੇ ਕੋਲ ਘੱਟੋ-ਘੱਟ 100 ਦੇ ਵਿੱਚੋਂ 60 ਪੁਆਇੰਟ ਹੋਣੇ ਚਾਹੀਦੇ ਹਨ। ਤੁਹਾਡੀ ਉਮਰ 19 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬਾਕੀ ਦੀ ਸਾਰੀ ਜਾਣਕਾਰੀ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਨਤਕ ਆਵਾਜਾਈ ਵਾਸਤੇ ਐਲਾਨ ਕੀਤਾ ਗਿਆ ਹੈ। ਉਹਨਾਂ ਵੱਲੋਂ $14.9 ਬਿਲੀਅਨ ਦੇ ਪੈਕੇਜ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਕਾਫੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ। 8 ਸਾਲ ਦੇ ਲਈ ਇਹ ਪ੍ਰੋਜੈਕਟ ਹੋਵੇਗਾ, ਇਹ ਫੰਡਿੰਗ ਹੋਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਜੋ ਪਿਛਲੇ ਸਾਲਾਂ ਦੇ ਵਿੱਚ ਕਿਸ ਤਰ੍ਹਾਂ ਫੰਡਿੰਗ ਦੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਬਲਿਕ ਟ੍ਰਾਂਜ਼ਿਟ ਦੇ ਲਈ ਨਵਾਂ ਐਲਾਨ ਕੀਤਾ ਗਿਆ। ਟਰੂਡੋ ਵੱਲੋਂ ਦੇਸ਼ ਭਰ ਦੇ ਵਿੱਚ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ $14.9 ਬਿਲੀਅਨ ਦਾ ਵਾਅਦਾ ਕੀਤਾ ਗਿਆ। 2026 ਤੋਂ ਔਟਵਾ ਹਰ ਸਾਲ ਸਾਲਾਨਾ $3 ਬਿਲੀਅਨ ਪਰਮਾਨੈਂਟ ਟ੍ਰਾਂਜ਼ਿਟ ਫੰਡ ਸੈਟਅਪ ਕਰੇਗਾ। ਇਹ ਐਲਾਨ ਪ੍ਰਧਾਨ ਮੰਤਰੀ ਵੱਲੋਂ ਅਗਲੇ 8 ਸਾਲਾਂ ਦੇ ਲਈ ਕੀਤਾ ਗਿਆ। ਟਰੂਡੋ ਨੇ ਕਿਹਾ ਹੈ ਕਿ ਇਸ ਦੀ ਸ਼ੁਰੂਆਤ 2026 ਤੋਂ ਹੋਵੇਗੀ, ਜਿਸ ਦੇ ਨਾਲ ਸਟੇਬਲ ਫੰਡਿੰਗ ਮਿਲੇਗੀ ਤਾਂ ਕਿ ਮਿਊਨਿਸਪੈਲਿਟੀਜ਼ ਭਵਿੱਖ ਦੇ ਲਈ ਪਲਾਨ ਕਰ ਸਕਣ। ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਮੇਅਰਸ ਦੇ ਨਾਲ ਮੀਟਿੰਗ ਤੋਂ ਪਹਿਲਾਂ ਟਰੂਡੋ ਨੇ ਕਿਹਾ ਕਿ ਸਾਨੂੰ ਐਫੀਸ਼ੀਐਂਟ ਅਤੇ ਮਾਡਰਨ ਪਬਲਿਕ ਟ੍ਰਾਂਸਪੋਰਟ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣੀਆਂ ਕਮਿਊਨਿਟੀਜ਼ ਨੂੰ ਹੋਰ ਵੀ ਜੋੜ ਸਕੀਏ। ਉਨ੍ਹਾਂ ਕਿਹਾ ਕਿ ਫੰਡਿੰਗ ਨੂੰ ਸਬਵੇ ਐਕਸਟੈਂਸ਼ਨ, ਇਲੈਕਟ੍ਰੀਫਾਈਂਗ ਫਲੀਟਸ ਦੇ ਲਈ ਵਰਤਿਆ ਜਾਵੇਗਾ। ਕੋਵਿਡ-19 ਦੇ ਕਾਰਨ ਕੈਨੇਡੀਅਨਸ ਵੱਲੋਂ ਘਰਾਂ ਤੋਂ ਕੰਮ ਕਰਨਾ ਸ਼ੁਰੂ ਕੀਤਾ ਗਿਆ, ਜਿਸ ਕਾਰਨ ਸ਼ਹਿਰੀ ਖੇਤਰਾਂ ਦੇ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਰਾਈਡਰਸ਼ਿਪ ਦੇ ਵਿੱਚ ਗਿਰਾਵਟ ਦੇਖੀ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਅੰਕੜਾ ਜਾਰੀ ਕੀਤਾ ਗਿਆ ਉਸ ਦੇ ਮੁਤਾਬਕ ਨਵੰਬਰ 19 ਦੇ ਮੁਕਾਬਲੇ ਨਵੰਬਰ 2020 ਦੇ ਵਿੱਚ 64% ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਰੈਵਨਿਊ ਵੀ ਘਟਿਆ ਹੈ। ਖਬਰ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਨੇ 2015 ਤੋਂ ਲੈ ਕੇ ਹੁਣ ਤੱਕ ਕੈਨੇਡਾ ਦੇ ਵਿੱਚ 1300 ਤੋਂ ਵੱਧ ਜਨਤਕ ਆਵਾਜਾਈ ਪ੍ਰੋਜੈਕਟਸ ਦੇ ਉੱਪਰ $13 ਬਿਲੀਅਨ ਖਰਚ ਕੀਤੇ ਹਨ। ਇਸ ਫੰਡਿੰਗ ਤੋਂ 240 ਕਿਲੋਮੀਟਰ ਤੋਂ ਜ਼ਿਆਦਾ ਸਬਵੇ ਅਤੇ ਲਾਈਟ ਰੇਲ ਲਾਈਨਾਂ ਬਣਾਉਣ ਦੇ ਵਿੱਚ ਮਦਦ ਕੀਤੀ ਗਈ। Back to normal looks like with everything we've learned through this pandemic. But there will be no question that cities will still be incredible, vibrant places for economic growth, for jobs. Yes, there will be more working from home, but people will still want to be getting around, and there may actually be less need for certain single occupant vehicles and more use of better quality, cleaner and safer public transit. This is exactly why we are so happy about working closely with cities who are looking to their future and provinces as we move forward on real investments that are going to make a concrete difference in people's lives. This is about shaving time off of your commute so you can spend more time with your family. It's about making sure you have opportunities and options when you're looking for a home that will also be able to get you to your job in an affordable way. These are the things that make a huge difference in the lives of people right across the country. And that's why we're so happy to step up in such a big way to make sure our future is on the right track. ਕੈਨੇਡਾ ਦੇ ਵਿੱਚ PR ਦੇ ਲਈ ਨਿਊ ਬਰਨਸਵਿਕ ਵੱਲੋਂ ਲੇਬਰਰਸ ਤੋਂ ਅਰਜ਼ੀਆਂ ਜਾਣੀ ਕਿ ਐਪਲੀਕੇਸ਼ਨਸ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। 30 ਅਪ੍ਰੈਲ 2021 ਤੱਕ ਇਹਨਾਂ ਐਪਲੀਕੇਸ਼ਨਸ ਨੂੰ ਮਨਜ਼ੂਰ ਕੀਤਾ ਜਾਵੇਗਾ, ਜਾਣੀ ਕਿ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਦੇ ਲਈ ਕੀ ਹੈ ਪੂਰਾ ਕ੍ਰਾਈਟੇਰੀਆ, ਕਿਸ ਤਰ੍ਹਾਂ ਅਪਲਾਈ ਕੀਤਾ ਜਾ ਸਕਦਾ ਹੈ, ਕੌਣ ਅਪਲਾਈ ਕਰ ਸਕਦਾ ਹੈ, ਜਾਣਕਾਰੀ ਦੇਵਾਂਗੇ ਇਸ ਖਬਰ ਦੇ ਅੰਦਰ।
ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਹ ਟੈਕ ਪਾਇਲਟ ਡਰਾਅ ਫਰਵਰੀ 9 ਨੂੰ ਕੱਢਿਆ ਗਿਆ, ਜਿਸ ਦੇ ਤਹਿਤ 74 ਇਮੀਗ੍ਰੈਂਟਸ ਨੂੰ ਸੱਦੇ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਟੈਕ ਡਰਾਅ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਸਕਿੱਲਜ਼ ਇਮੀਗ੍ਰੇਸ਼ਨ ਕੈਟੇਗਰੀਜ਼ ਦੇ ਤਹਿਤ ਕੈਂਡੀਡੇਟਸ ਨੂੰ ਇਨਵੀਟੇਸ਼ਨ ਜਾਰੀ ਕਰਦਾ ਹੈ। ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟੇਗਰੀਜ਼ ਦੇ ਤਹਿਤ ਜਿਹੜੇ ਉਮੀਦਵਾਰਾਂ ਦੀ ਚੋਣ ਹੁੰਦੀ ਹੈ, ਉਹਨਾਂ ਨੂੰ 80 ਪ੍ਰੋਵਿੰਸ਼ੀਅਲ ਸਕੋਰਸ ਦੀ ਜ਼ਰੂਰਤ ਹੁੰਦੀ ਹੈ। PCPNP ਟੈਕ ਪਾਇਲਟ ਇਨ ਡਿਮਾਂਡ ਟੈਕ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇੱਕ ਫਾਸਟ ਟਰੈਕ ਇਮੀਗ੍ਰੇਸ਼ਨ ਪਾਥਵੇ ਹੈ। ਇਸ ਦੀ ਸ਼ੁਰੂਆਤ 2017 ਦੇ ਵਿੱਚ ਕੀਤੀ ਗਈ ਸੀ, ਜਿਸ ਨੂੰ ਕਈ ਵਾਰ ਐਕਸਟੈਂਡ ਕੀਤਾ ਗਿਆ। ਇਸ ਲਈ ਐਲੀਜੀਬਲ ਹੋਣ ਵਾਸਤੇ ਕੈਂਡੀਡੇਟਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਸਟਰੀਮ ਦੇ ਵਿੱਚ ਰਜਿਸਟਰ ਕਰਾਉਣਾ ਹੁੰਦਾ ਹੈ ਅਤੇ ਉਹਨਾਂ ਕੋਲ 12 ਮਹੀਨਿਆਂ ਦਾ ਵੈਲਿਡ ਜੌਬ ਆਫਰ ਹੋਣਾ ਜ਼ਰੂਰੀ ਹੈ। ਅਪਲਾਈ ਕਰਨ ਦੇ ਲਈ ਉਮੀਦਵਾਰ ਪਹਿਲਾਂ PCPNP ਆਨਲਾਈਨ ਪੋਰਟਲ ਤੇ ਪ੍ਰੋਫਾਈਲ ਬਣਾਵੇ ਅਤੇ ਸਕਿੱਲਜ਼ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ ਸਿਸਟਮ ਦੇ ਵਿੱਚ ਰਜਿਸਟਰ ਕਰਾਉਣਾ ਜ਼ਰੂਰੀ ਹੈ। ਨਾਲ ਹੀ ਦੱਸ ਦਈਏ ਕਿ ਲੇਟੈਸਟ ਐਕਸਪ੍ਰੈਸ ਐਂਟਰੀ ਡਰਾਅ ਜਨਵਰੀ 21 ਨੂੰ ਕੱਢਿਆ ਗਿਆ ਸੀ, ਜਿਸ ਦੇ ਤਹਿਤ 4626 ਇਨਵੀਟੇਸ਼ਨ ਜਾਰੀ ਕੀਤੇ ਗਏ। 2021 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ 6 ਡਰਾਅ ਐਲਾਨ ਕੀਤੇ ਜਾ ਚੁੱਕੇ ਹਨ। ਓਨਟਾਰੀਓ ਤੋਂ ਕੋਰੋਨਾ ਬਾਰੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਜੋ ਪਿਛਲੇ ਕਈ ਮਹੀਨਿਆਂ ਤੋਂ ਜ਼ਿਆਦਾ ਮਾਮਲਿਆਂ ਦੀ ਇੱਥੇ ਪੁਸ਼ਟੀ ਹੋ ਰਹੀ ਸੀ, ਉਹਨਾਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ। ਪਰ ਦੂਜੇ ਪਾਸੇ ਇਹ ਵੀ ਦੱਸ ਦਈਏ ਕਿ 3 ਜੋ ਕੋਰੋਨਾ ਦੇ ਵੇਰੀਐਂਟ ਨੇ, ਉਸ ਦੇ ਨਾਲ ਸੰਬੰਧਿਤ ਮਾਮਲੇ ਓਨਟਾਰੀਓ ਦੇ ਵਿੱਚ ਪਾਏ ਗਏ ਹਨ। ਜਾਣੀ ਕਿ UK, ਬ੍ਰਾਜ਼ੀਲ ਤੇ ਸਾਊਥ ਅਫਰੀਕਾ ਦਾ ਕੋਰੋਨਾ ਵਾਇਰਸ ਜੋ ਉੱਥੇ ਪਾਇਆ ਗਿਆ, ਉਸ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਓਨਟਾਰੀਓ ਦੇ ਵਿੱਚ ਹੋਈ ਹੈ। ਨਾਲ ਹੀ ਇਸ ਖਬਰ ਅੰਦਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਤੇ ਕੀ ਹੈ ਕੈਨੇਡਾ ਦੇ ਵਿੱਚ ਕੇਸਿਸ ਓਵਰਵਿਊ। ਕੋਵਿਡ-19 ਮਾਮਲਿਆਂ ਦੇ ਬਾਰੇ ਵਿੱਚ ਓਨਟਾਰੀਓ ਤੋਂ ਇੱਕ ਚੰਗੀ ਖਬਰ ਆਈ ਹੈ। ਓਨਟਾਰੀਓ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਕੱਲ੍ਹ ਜਿੰਨੇ ਮਾਮਲਿਆਂ ਦੀ ਪੁਸ਼ਟੀ ਓਨਟਾਰੀਓ ਦੇ ਵਿੱਚ ਹੋਈ, ਉਹ ਹੁਣ ਤੱਕ ਦੇ 2 ਮਹੀਨਿਆਂ ਦੇ ਸਭ ਤੋਂ ਘੱਟ ਮਾਮਲੇ ਸਨ। ਇਸ ਲਈ ਸਿਹਤ ਅਧਿਕਾਰੀ ਇਸ ਨੂੰ ਰਾਹਤ ਭਰੀ ਖਬਰ ਦੱਸ ਰਹੇ ਹਨ। ਅੱਜ ਆਏ ਮਾਮਲਿਆਂ ਦੀ ਗੱਲ ਕਰੀਏ ਤਾਂ ਓਨਟਾਰੀਓ ਤੋਂ 1072 ਦੇ ਕਰੀਬ ਮਾਮਲੇ ਸਾਹਮਣੇ ਆਏ ਅਤੇ 41 ਮੌਤਾਂ ਵੀ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ। ਟੋਰਾਂਟੋ ਤੋਂ 393, ਪੀਲ ਰੀਜਨ ਤੋਂ 196, ਯਾਰਕ ਰੀਜਨ ਤੋਂ 125 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 13,270 ਦੇ ਕਰੀਬ ਐਕਟਿਵ ਮਾਮਲੇ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 948 ਹੈ, ਜਿਨ੍ਹਾਂ ਵਿੱਚੋਂ 313 ਇੰਟੈਂਸਿਵ ਕੇਅਰ ਅਧੀਨ ਹਨ ਅਤੇ 226 ਵੈਂਟੀਲੇਟਰ ਦੇ ਉੱਪਰ ਨੇ। ਦੱਸੀਏ ਕਿ ਕੋਰੋਨਾ ਦੇ ਨਾਲ ਓਨਟਾਰੀਓ ਸੂਬਾ ਸਭ ਤੋਂ ਵੱਧ ਜੂਝ ਰਿਹਾ ਹੈ। ਕੋਰੋਨਾ ਦੇ ਨਵੇਂ ਰੂਪ ਦਾ ਤੀਜਾ ਵੇਰੀਐਂਟ ਵੀ ਇੱਥੇ ਸਾਹਮਣੇ ਆਇਆ, ਜਿਸ ਦੇ ਨਾਲ ਸਿਹਤ ਮਾਹਿਰਾਂ ਦੀ ਚਿੰਤਾ ਵਧੀ ਹੈ। ਫਾਈਨੈਂਸ਼ੀਅਲ ਲਾਸ ਨੂੰ ਦੇਖਦਿਆਂ ਪ੍ਰੋਵਿੰਸ ਵੱਲੋਂ ਗੈਰ ਜ਼ਰੂਰੀ ਵਪਾਰਕ ਅਦਾਰੇ ਜਾਣੀ ਕਿ ਬਿਜ਼ਨਸ ਨੂੰ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਦੁਕਾਨਾਂ ਅਤੇ ਮਾਲ ਆਦਿ ਨੂੰ 25% ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ, ਕਿਉਂਕਿ ਬਾਰ-ਬਾਰ ਨਾਨ ਐਸੈਂਸ਼ੀਅਲ ਬਿਜ਼ਨਸ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਅਪੀਲ ਕਰ ਰਹੇ ਸਨ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਘਾਟਾ ਪੈ ਰਿਹਾ ਹੈ। ਕਿਊਬੈਕ ਤੋਂ 999 ਅਤੇ 34 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਇੱਥੇ 2,72,726 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 10,112 ਦੇ ਕਰੀਬ ਹੁਣ ਤੱਕ ਜਾਨਾਂ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 918 ਮਰੀਜ਼ ਨੇ, ਜਿਨ੍ਹਾਂ ਵਿੱਚੋਂ 148 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 59 ਮਾਮਲੇ ਸਾਹਮਣੇ ਆਏ ਅਤੇ 6 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਗਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ ਕੁੱਲ 8,13,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 20,984 ਦੇ ਕਰੀਬ ਲੋਕਾਂ ਦੀ ਵਾਇਰਸ ਦੇ ਕਾਰਨ ਜਾਨ ਵੀ ਚਲੀ ਗਈ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ 7,53,000 ਦੇ ਕਰੀਬ ਉਹ ਮਰੀਜ਼ ਨੇ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਟੋਰਾਂਟੋ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ। ਇਹ ਵਿਅਕਤੀ ਬੇਹੋਸ਼ ਪਿਆ ਹੋਇਆ ਸੀ, ਜਿਸ ਦੇ ਸਰੀਰ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਸਨ। ਉਸ ਤੋਂ ਬਾਅਦ ਕੁਝ ਗੋਲੀਆਂ ਦੇ ਖੋਲ ਉਸ ਦੇ ਆਸ-ਪਾਸ ਵੀ ਮਿਲੇ। ਇਸ ਵਿਅਕਤੀ ਦੀ ਜਾਣਕਾਰੀ ਜਿਹੜੀ ਹੈ ਉਸ ਨੂੰ ਜਾਣੀ ਕਿ ਨਾਮ ਨੂੰ ਜਦ ਤੱਕ ਨਹੀਂ ਕੀਤਾ ਗਿਆ, ਪਰ ਪੁਲਿਸ ਨੇ तमाम ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੋਵੇ, ਵੀਡੀਓ ਹੋਵੇ ਜਾਂ ਤਸਵੀਰ ਹੋਵੇ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਕਿ ਅੱਗੇ ਇਸ ਦੇ ਬਾਰੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਵੇ। ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਟੋਰਾਂਟੋ ਪੁਲਿਸ ਨੂੰ ਪਾਰਕਿੰਗ ਗੈਰੇਜ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਘਟਨਾ ਡੈਨਫੋਰਥ ਖੇਤਰ ਦੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ, ਜਿੱਥੇ ਪਾਰਕਿੰਗ ਗੈਰੇਜ ਦੇ ਨੇੜੇ ਗੋਲੀਬਾਰੀ ਹੋਈ ਅਤੇ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਇਸ ਦੇ ਸੰਬੰਧ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਡੈਨਫੋਰਥ ਅਤੇ ਓਕ ਪਾਰਕ ਵਿਚਕਾਰ ਇਹ ਘਟਨਾ ਵਾਪਰੀ, ਜਿੱਥੇ ਪੁਲਿਸ ਅਧਿਕਾਰੀ ਪਹੁੰਚੇ ਤੇ ਉਹਨਾਂ ਨੂੰ ਇੱਕ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਮਿਲਿਆ ਜੋ ਕਿ ਬੇਹੋਸ਼ ਡਿੱਗਿਆ ਹੋਇਆ ਸੀ। ਇਸ ਵਿਅਕਤੀ ਦੇ ਸਰੀਰ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਸਨ।
ਪੈਰਾਮੈਡਿਕਸ ਨੇ ਇਸ ਵਿਅਕਤੀ ਦੀ ਜਾਂਚ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਇਹ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਨੂੰ ਅਜੇ ਜਨਤਕ ਨਹੀਂ ਕੀਤਾ, ਜਾਣੀ ਕਿ ਉਸ ਨੂੰ ਸਾਂਝਾ ਨਹੀਂ ਕੀਤਾ ਗਿਆ। ਪਰ ਉਹਨਾਂ ਦੱਸਿਆ ਹੈ ਕਿ ਜਿੱਥੇ ਇਹ ਵਿਅਕਤੀ ਡਿੱਗਿਆ ਹੋਇਆ ਸੀ ਉੱਥੇ ਗੋਲੀਆਂ ਦੇ ਕੁਝ ਖੋਲ ਵੀ ਮੌਜੂਦ ਸਨ। ਫਿਲਹਾਲ ਪੁਲਿਸ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਇਸ ਦੇ ਸੰਬੰਧ ਦੇ ਵਿੱਚ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕਰੇ। ਪਰ ਜੋ ਹੁਣ ਤੱਕ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਸ਼ੱਕੀ ਸੰਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਨੇ ਕਿਹਾ ਕਿ ਜਿਉਂ ਹੀ ਉਹਨਾਂ ਨੂੰ ਪੂਰੇ ਮਾਮਲੇ ਦਾ ਪਤਾ ਲੱਗੇਗਾ, ਜਿਉਂ ਹੀ ਉਹਨਾਂ ਦੀ ਪੜਤਾਲ ਪੂਰੀ ਹੋਵੇਗੀ ਤਾਂ ਉਹ ਇਸ ਦੀ ਵੀ ਅਪਡੇਟ ਸਾਂਝੀ ਕਰਨਗੇ। ਕੈਨੇਡਾ ਦੇ ਵਿੱਚ ਇਸ ਸਮੇਂ ਕੋਵਿਡ-19 ਵੈਕਸੀਨੇਸ਼ਨ ਤਾਂ ਹੋ ਰਹੀ ਹੈ, ਪਰ ਸ਼ਿਪਮੈਂਟ ਦੇ ਵਿੱਚ ਡਿਲੇ ਵੀ ਦੇਖਿਆ ਜਾ ਰਿਹਾ ਹੈ, ਜਿਸ ਕਰਕੇ ਸਰਕਾਰ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਨੇ। ਉਧਰ ਇਸ ਟੀਕੇ ਦੇ ਨਾਲ ਸੰਬੰਧਿਤ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਜਲਦ ਹੀ ਹੈਲਥ ਕੈਨੇਡਾ ਐਸਟ੍ਰਾਜੈਨੇਕਾ ਵੈਕਸੀਨ ਨੂੰ ਅਪਰੂਵ ਕਰ ਸਕਦਾ ਹੈ। ਦੱਸ ਦਈਏ ਕਿ ਇਸ ਟੀਕੇ ਨੂੰ ਰਿਵਿਊ ਕੀਤਾ ਜਾ ਰਿਹਾ ਹੈ। ਆਖਰੀ ਪੜਾਅ ਦੇ ਉੱਪਰ ਇਹ ਟੀਕਾ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਹੈਲਥ ਕੈਨੇਡਾ ਇਸ ਨੂੰ ਹਰੀ ਝੰਡੀ ਦੇ ਦੇਵੇ। ਜੇਕਰ ਟੀਕੇ ਨੂੰ ਮਨਜ਼ੂਰੀ ਮਿਲ ਜਾਵੇਗੀ ਤਾਂ ਫਿਰ ਕੈਨੇਡਾ ਅੰਦਰ ਇਸ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਸਲੋ ਹੈ। ਇਸ ਦਾ ਕਾਰਨ ਜੋ ਕੰਪਨੀਆਂ ਵੱਲੋਂ ਸ਼ਿਪਮੈਂਟ ਦੇ ਵਿੱਚ ਡੀਲੇ ਕੀਤਾ ਗਿਆ ਹੈ। ਪਰ ਇਸ ਕਰੋਨਾ ਟੀਕੇ ਦੇ ਨਾਲ ਜੁੜੀ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਨੂੰ ਜਲਦ ਹੀ ਐਸਟ੍ਰਾਜੈਨੇਕਾ ਕਰੋਨਾ ਟੀਕੇ ਦੀ ਵਰਤੋਂ ਦੇ ਲਈ ਮਨਜ਼ੂਰੀ ਮਿਲ ਸਕਦੀ ਹੈ। ਆਖਰੀ ਪੜਾਅ ਜਾਣੀ ਕਿ ਲਾਸਟ ਸਟੇਜ ਦੇ ਉੱਪਰ ਇਸ ਟੀਕੇ ਦੀ ਜਾਂਚ ਚੱਲ ਰਹੀ ਹੈ, ਜਿਸ ਤੋਂ ਬਾਅਦ ਇਸ ਟੀਕੇ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਹੈਲਥ ਕੈਨੇਡਾ ਦੇ ਨਾਲ ਜੁੜੀ ਸੀਨੀਅਰ ਮੈਡੀਕਲ ਸਲਾਹਕਾਰ ਡਾਕਟਰ ਸੁਪ੍ਰਿਆ ਸ਼ਰਮਾ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕੈਨੇਡਾ ਦੇ ਵਿੱਚ ਤੇਜ਼ੀ ਦੇ ਨਾਲ ਇਸ ਟੀਕੇ ਦੀ ਜਾਂਚ ਚੱਲ ਰਹੀ ਹੈ। ਡਾਕਟਰ ਸ਼ਰਮਾ ਨੇ ਇਸ ਸੰਬੰਧੀ ਇਹ ਵੀ ਦੱਸਿਆ ਹੈ ਕਿ ਇਸ ਦੇ ਸੰਬੰਧ ਦੇ ਵਿੱਚ ਲੈਬ ਟੈਸਟ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਕੁਝ ਵੀ ਨਤੀਜਾ ਆਉਣ ਤੇ ਜਲਦ ਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਹੈਲਥ ਕੈਨੇਡਾ ਦੇ ਰੈਗੂਲੇਟਰੀ ਮਾਹਿਰਾਂ ਨੇ ਦੱਸਿਆ ਹੈ ਕਿ ਇਸ ਸੰਬੰਧੀ ਅਕਤੂਬਰ 2020 ਤੋਂ ਹੀ ਜਾਂਚ ਜਾਣੀ ਕਿ ਪੜਤਾਲ ਚੱਲ ਰਹੀ ਹੈ। ਇਸ ਦੇ ਟੀਕਿਆਂ ਨੂੰ ਬ੍ਰਿਟੇਨ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੇ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਦੱਸੀਏ ਕਿ ਕੈਨੇਡਾ ਐਸਟ੍ਰਾਜੈਨੇਕਾ ਦੀਆਂ 20 ਮਿਲੀਅਨ ਡੋਜ਼ਸ, ਜੌਨਸਨ ਐਂਡ ਜੌਨਸਨ ਵੈਕਸੀਨ ਦੀਆਂ 38 ਮਿਲੀਅਨ ਅਤੇ ਨੋਵੈਕਸ ਵੈਕਸੀਨ ਦੀਆਂ 76 ਮਿਲੀਅਨ ਡੋਜ਼ਸ ਪ੍ਰਾਪਤ ਕਰਨ ਦੇ ਲਈ ਸਮਝੌਤਾ ਜਾਣੀ ਕਿ ਡੀਲ ਕਰ ਚੁੱਕਿਆ ਹੈ। ਜਿਸ ਤਰ੍ਹਾਂ ਹੈਲਥ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਆਖਰੀ ਪੜਾਅ ਦੇ ਉੱਪਰ ਇਸ ਟੀਕੇ ਦੀ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਇਸ ਨੂੰ ਕੈਨੇਡਾ ਵਾਸੀਆਂ ਦੇ ਹਵਾਲੇ ਕਰ ਦਿੱਤਾ ਜਾਏਗਾ, ਜਿਸ ਤੋਂ ਬਾਅਦ ਐਸਟ੍ਰਾਜੈਨੇਕਾ ਦੀ ਟੀਕੇ ਦੀ ਵੀ ਸ਼ੁਰੂਆਤ ਕੈਨੇਡਾ ਦੇ ਵਿੱਚ ਹੋ ਸਕਦੀ ਹੈ। ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਓਨਟਾਰੀਓ ਪੁਲਿਸ ਨੇ 6 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਨੂੰ ਚਾਰਜ ਕੀਤਾ ਗਿਆ ਹੈ ਇਸ ਦੋਸ਼ ਦੇ ਹੇਠਾਂ। ਦੱਸਿਆ ਗਿਆ ਹੈ ਕਿ ਮੈਕਸੀਕੋ ਤੋਂ 80 ਵਿਅਕਤੀਆਂ ਨੂੰ ਤਸ਼ੱਦਦ ਕਰਦਿਆਂ ਕੈਨੇਡਾ ਲਿਆਂਦਾ ਗਿਆ ਸੀ। ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਹੈ। ਜੋ ਵੀ ਇਸ ਦੇ ਦੋਸ਼ੀ ਨੇ ਉਹਨਾਂ ਦੇ ਨਾਮ ਜਨਤਕ ਕੀਤੇ ਗਏ ਨੇ। ਨਾਲ ਹੀ ਦੱਸਿਆ ਹੈ ਕਿ 8 ਮਾਰਚ ਨੂੰ ਇਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ। ਓਨਟਾਰੀਓ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਹਿਊਮਨ ਟ੍ਰੈਫਿਕਿੰਗ ਜਾਣੀ ਕਿ ਮਨੁੱਖੀ ਤਸਕਰੀ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਨੂੰ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਮੈਕਸੀਕੋ ਤੋਂ ਮਨੁੱਖੀ ਤਸਕਰੀ ਕਰਨ ਵਾਲੇ 6 ਤਸਕਰਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੈਕਸੀਕੋ ਤੋਂ ਲਗਭਗ 80 ਵਿਅਕਤੀਆਂ ਦੀ ਤਸਕਰੀ ਕਰਕੇ ਉਹਨਾਂ ਨੂੰ ਕੈਨੇਡਾ ਲਿਆਂਦਾ ਗਿਆ। ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਇਹਨਾਂ ਲੋਕਾਂ ਨੂੰ ਜੁਲਾਈ ਤੇ ਸਤੰਬਰ 2019 ਦੇ ਵਿੱਚ ਪੁਲਿਸ ਨੇ ਲੱਭਿਆ ਅਤੇ ਇਹ 80 ਵਿਦੇਸ਼ੀ ਲੋਕ ਮਿਲਟਨ ਦੇ ਵਿੱਚ ਮਿਲੇ। ਜਦੋਂ ਇਹਨਾਂ ਨੂੰ ਲੱਭਿਆ ਗਿਆ ਤਾਂ ਇਹਨਾਂ ਦੇ ਸੌਣ ਵਾਲੇ ਬੈੱਡ ਬੁਰੀ ਹਾਲਤ ਦੇ ਵਿੱਚ ਪਾਏ ਗਏ, ਜਿਨ੍ਹਾਂ ਦੇ ਉੱਪਰ ਕੀੜੇ ਵੀ ਮੌਜੂਦ ਸਨ। ਇਹਨਾਂ ਵਿੱਚੋਂ ਕਈ ਅਜਿਹੇ ਸਨ ਜਿਨ੍ਹਾਂ ਨੂੰ ਏਜੰਸੀਜ਼ ਦੇ ਵਿੱਚ ਕੰਮ ਕਰਨ ਦੇ ਲਈ ਸੱਦਿਆ ਗਿਆ ਸੀ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਐਕਸਪਲੋਇਟੇਸ਼ਨ ਜਾਣੀ ਕਿ ਸ਼ੋਸ਼ਣ ਕਰਨ ਦੇ ਲਈ ਲਿਆਂਦਾ ਗਿਆ। ਇਹਨਾਂ 6 ਦੋਸ਼ੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਦੀ ਤਾਰੀਖ 8 ਮਾਰਚ ਦੱਸੀ ਗਈ ਹੈ। ਇਹਨਾਂ ਦੋਸ਼ੀਆਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕਰ ਦਿੱਤੀ ਗਈ ਹੈ, ਜਿਨ੍ਹਾਂ ਦੀ ਪਹਿਚਾਣ ਕ੍ਰਿਸਟੀਨ ਵਿਤਈਆ, ਮਾਰੀਓ ਰੋਕਾ, ਚਾਂਗ ਕਿਮ, ਮਾਉਰਲ ਬ੍ਰੈਕਮਨੋਟ, ਨੋਰਾ ਰਿਵਰਾ, ਮਰੀਅਮ ਵਿਤੇਲਾ ਵਜੋਂ ਕੀਤੀ ਗਈ ਹੈ। ਪੁਲਿਸ ਅਤੇ ਬਾਰਡਰ ਪੁਲਿਸ ਨੇ ਦੱਸਿਆ ਹੈ ਕਿ ਇਹ ਸਾਂਝੇ ਤੌਰ ਦੇ ਉੱਪਰ ਜਾਂਚ ਕੀਤੀ ਗਈ ਸੀ, ਜਿਸ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਚਾਰਜ ਕੀਤਾ ਗਿਆ ਹੈ। ਥੈਰੇਸਾ ਟੈਮ ਨੇ ਕਿਹਾ ਹੈ ਕਿ ਕੈਨੇਡਾ ਵਾਸੀ ਪ੍ਰੋਵਿੰਸ ਜਿਹੜੇ ਨੇ ਉਹ ਮੁੜ ਲਾਕਡਾਊਨ ਦੇ ਲਈ ਤਿਆਰ ਹੋ ਜਾਣ, ਕਿਉਂਕਿ ਕੈਨੇਡਾ ਦੇ ਵਿੱਚ ਕੋਵਿਡ-19 ਦੇ ਜੋ ਨਵੇਂ ਰੂਪ ਨੇ ਉਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਰਹੇ ਹਨ। ਚੰਗੀ ਖਬਰ ਹੈ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਕਰੋਨਾ ਮਾਮਲਿਆਂ ਦੇ ਵਿੱਚ ਗਿਰਾਵਟ ਆਈ ਹੈ, ਪਰ ਜੋ ਨਵਾਂ ਵੇਰੀਐਂਟ ਪਾਇਆ ਗਿਆ ਉਸ ਦੇ ਨਾਲ ਸੰਬੰਧਿਤ ਜੋ ਮਾਮਲੇ ਸਾਹਮਣੇ ਆ ਰਹੇ ਹਨ ਉਸ ਦੇ ਨਾਲ ਚਿੰਤਾ ਵੱਧ ਗਈ ਹੈ, ਕਿਉਂਕਿ 70% ਦੀ ਤੇਜ਼ੀ ਦੇ ਨਾਲ ਇਹ ਕਰੋਨਾ ਦਾ ਨਵਾਂ ਰੂਪ ਫੈਲਦਾ ਹੈ। ਇਸ ਦੇ ਕਰਕੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੋ ਸਕਦਾ ਹੈ ਕਿ ਪ੍ਰੋਵਿੰਸਸ ਦੇ ਵਿੱਚ ਮੁੜ ਤੋਂ ਲਾਕਡਾਊਨ ਲਗਾਉਣਾ ਪਵੇ।
ਕੋਵਿਡ-19 ਦੇ ਕਰਕੇ ਕੈਨੇਡਾ ਦੇ ਅੰਦਰ ਪਾਬੰਦੀਆਂ ਲਗਾਈਆਂ ਗਈਆਂ। ਵੱਖ-ਵੱਖ ਪ੍ਰੋਵਿੰਸਸ ਨੇ ਸਮੇਂ-ਸਮੇਂ ਦੇ ਉੱਪਰ ਹੋਰ ਸਖਤੀਆਂ ਕੀਤੀਆਂ। ਹੁਣ ਹੌਲੀ-ਹੌਲੀ ਕਰਕੇ ਇਹਨਾਂ ਪਾਬੰਦੀਆਂ ਦੇ ਵਿੱਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਪਰ ਫਿਰ ਵੀ ਕੈਨੇਡਾ ਦੀ ਚਿੰਤਾ ਖਤਮ ਨਹੀਂ ਹੋਈ, ਕਿਉਂਕਿ ਕੈਨੇਡਾ ਦੇ ਵਿੱਚ ਕਰੋਨਾ ਦੇ ਜੋ ਨਵੇਂ ਵੇਰੀਐਂਟ ਦੇ ਮਾਮਲੇ ਮਿਲ ਰਹੇ ਹਨ, ਉਸ ਦੇ ਕਰਕੇ ਸੂਬੇ ਜਾਣੀ ਕਿ ਪ੍ਰੋਵਿੰਸ ਮੁੜ ਤੋਂ ਤਾਲਾਬੰਦੀ ਲਗਾ ਸਕਦੇ ਹਨ। ਕੈਨੇਡਾ ਦੇ ਮੁੱਖ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੋ ਨਵੇਂ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਕੈਨੇਡਾ ਦੇ ਵਿੱਚ ਸਾਹਮਣੇ ਆ ਰਹੇ ਹਨ, ਇਸ ਦੇ ਕਰਕੇ ਸਿਹਤ ਮਾਹਿਰਾਂ ਦੀ ਚਿੰਤਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਲਾਕਡਾਊਨ ਫਿਰ ਤੋਂ ਲਗਾਇਆ ਜਾ ਸਕਦਾ ਹੈ, ਕਿਉਂਕਿ ਇਸ ਦੇ ਉੱਪਰ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋਵਿੰਸਸ ਨੂੰ ਮੁੜ ਲਾਕਡਾਊਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਦੱਸੀਏ ਕਿ ਇੱਕ ਦਿਨ ਪਹਿਲਾਂ ਕਈ ਸੂਬਿਆਂ ਵੱਲੋਂ ਕਰੋਨਾ ਦੇ ਕਾਰਨ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਹੈ। ਓਨਟਾਰੀਓ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਤਿੰਨੋਂ ਕਰੋਨਾ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਵਿੱਚ ਯੂਕੇ, ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਦਾ ਵੇਰੀਐਂਟ ਸ਼ਾਮਿਲ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਇੱਕ ਪ੍ਰੋਵਿੰਸ ਦੇ ਵਿੱਚ ਤਿੰਨੋਂ ਵੇਰੀਐਂਟ ਪਾਏ ਗਏ ਹਨ। ਥੈਰੇਸਾ ਟੈਮ ਨੇ ਕਿਹਾ ਹੈ ਕਿ ਚਾਹੇ ਕਰੋਨਾ ਦੇ ਮਾਮਲੇ ਘਟ ਰਹੇ ਹਨ, ਜੋ ਕਿ ਇੱਕ ਚੰਗੀ ਖਬਰ ਹੈ, ਪਰ ਫਿਰ ਵੀ ਨਾਨ ਐਸੈਂਸ਼ੀਅਲ ਟਰੈਵਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਕਰੋਨਾ ਵਾਇਰਸ ਦਾ ਜੋ ਨਵਾਂ ਰੂਪ ਹੈ ਉਹ 70% ਦੀ ਤੇਜ਼ੀ ਦੇ ਨਾਲ ਫੈਲਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਤੇ ਮੋਦੀ ਦੀ ਫੋਨ ਦੇ ਉੱਪਰ ਗੱਲਬਾਤ ਕੀਤੀ, ਕਰੋਨਾ ਬਾਰੇ ਚਰਚਾ। ਬ੍ਰਿਟਿਸ਼ ਕੋਲੰਬੀਆ ਵੱਲੋਂ ਮੌਸਮ ਬਾਰੇ ਅਲਰਟ ਜਾਰੀ, 2 ਅਲਰਟ ਕੀਤੇ ਗਏ ਜਾਰੀ। ਕੈਨੇਡਾ ਦੇ ਵਿੱਚ PR ਦੇ ਲਈ ਅਪਲਾਈ ਕਰਨ ਦਾ ਮੌਕਾ, 30 ਅਪ੍ਰੈਲ ਤੱਕ ਪ੍ਰੋਵਿੰਸ਼ੀਅਲ ਨਾਮਜ਼ਦਗੀ ਲਈ ਕੀਤਾ ਜਾ ਸਕਦਾ ਹੈ ਅਪਲਾਈ। ਟਰੂਡੋ ਦਾ ਜਨਤਕ ਆਵਾਜਾਈ ਬਾਰੇ ਐਲਾਨ, $14.9 ਬਿਲੀਅਨ ਦਾ ਐਲਾਨ। ਬ੍ਰਿਟਿਸ਼ ਕੋਲੰਬੀਆ ਨੇ ਐਲਾਨਿਆ ਡਰਾਅ, 74 ਉਮੀਦਵਾਰਾਂ ਨੂੰ ਦਿੱਤਾ ਗਿਆ ਸੱਦਾ। ਓਨਟਾਰੀਓ ਤੋਂ ਕਰੋਨਾ ਬਾਰੇ ਰਾਹਤ ਦੀ ਖਬਰ, ਜਾਣੋ ਕੀ ਹੈ ਕੈਨੇਡਾ ਦੀ ਕਰੋਨਾ ਵਾਇਰਸ ਦੀ ਅਪਡੇਟ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।